ਸ਼੍ਰੀ ਰਹਿਰਾਸ ਸਾਹਿਬ ਜੀ ਦੇ ਅਰਥ ਅਤੇ ਸਿੱਖਿਆਵਾਂ ਦੇ ਵਿਚਾਰ ਆਰੰਭ ਹੈ ਜੀ। ਅੱਜ ਅਸੀਂ ਚੌਪਈ ਸਾਹਿਬ ਦਾ ਸਮੁੱਚਾ ਭਾਵ ਭਾਗ ਚੌਥਾ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਾਂਗੇ ਜੀ। 9ਵਾਂ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ ਵਾਲੀ ਪੰਕਤੀ ਦਾ ਭਾਵ ਹੈ ਕਿ ਪਰਮਾਤਮਾ ਸਾਰੇ ਜੀਵਾਂ ਤੋਂ ਨਿਰਲੇਪ ਰਹਿੰਦੇ ਹਨ। ਇਹ ਗੱਲ ਵੇਦ ਭਾਵ ਧਰਮ ਗ੍ਰੰਥ ਜਾਣਦੇ ਹਨ। ਇਸ ਤੋਂ ਅਸੀਂ ਇਹ ਸਿੱਖਿਆ ਲੈਣੀ ਹੈ ਕਿ ਅਸੀਂ ਵੀ ਸੰਸਾਰ ਵਿੱਚ ਕੰਮ ਤਾਂ ਸਾਰੇ ਹੀ ਕਰਨੇ ਹਨ, ਪਰ ਨਿਰਲੇਪ ਰਹਿ ਕੇ ਕਰਨੇ ਹਨ। ਜਿਵੇਂ ਕਿ ਗੁਰਬਾਣੀ ਫਰਮਾਨ ਹੈ, ਜੈਸੇ ਜਲ ਮਹਿ ਕਮਲ ਨਿਰਾਲਮ, ਮੁਰਗਾਈ ਨਹਿ ਸਾਣੇ, ਸੁਰਤ ਸ਼ਬਦ ਭਵਸਾਗਰ ਤਰੀਐ, ਨਾਨਕ ਨਾਮ ਵਖਾਣੈ। ਭਾਵ ਜਿਵੇਂ ਪਾਣੀ ਵਿੱਚ ਉੱਗਿਆ ਹੋਇਆ ਕੌਲ ਫੁੱਲ ਪਾਣੀ ਨਾਲੋਂ ਨਿਰਾਲਾ ਰਹਿੰਦਾ ਹੈ, ਜਿਵੇਂ ਨਦੀ ਵਿੱਚ ਤਰਦੀ ਮੁਰਗਾਈ ਭਾਵ ਉਸਦੇ ਖੰਭ ਪਾਣੀ ਵਿੱਚ ਨਹੀਂ ਭਿੱਜਦੇ, ਇਸੇ ਤਰ੍ਹਾਂ ਹੇ ਨਾਨਕ ਗੁਰੂ ਦੇ ਸ਼ਬਦ ਵਿੱਚ ਸੁਰਤ ਜੋੜ ਕੇ ਨਾਮ ਜਪਿਆਂ ਸੰਸਾਰ ਸਮੁੰਦਰ ਤਰ ਸਕੀਦਾ ਹੈ। 10ਵਾਂ। ਤਾਕੋ ਕਰ ਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨਾ ਜਾਣਤ ਵਾਲੀ ਪੰਕਤੀ ਦਾ ਭਾਵ ਹੈ ਕਿ ਕੁਝ ਲੋਕ ਪੱਥਰ ਦੀ ਮੂਰਤੀ ਬਣਾ ਕੇ ਉਸ ਨੂੰ ਪਰਮਾਤਮਾ ਮੰਨ ਕੇ ਪੂਜਦੇ ਹਨ। ਜਿਹੜੇ ਬੰਦੇ ਪੱਥਰ ਨੂੰ ਦੇਵਤਾ ਕਰਕੇ ਮੰਨਦੇ ਹਨ, ਉਹਨਾਂ ਦੀ ਕੀਤੀ ਹੋਈ ਸੇਵਾ ਵਿਅਰਥ ਜਾਂਦੀ ਹੈ। ਜਿਵੇਂ ਕਿ ਗੁਰਬਾਣੀ ਫਰਮਾਨ ਹੈ, ਜੋ ਪਾਥਰ ਕੋ ਕਹਤੇ ਦੇਵ, ਤਾਂ ਕਿ ਬਿਰਥਾ ਹੋਵੈ ਸੇਵ। ਇਸ ਲਈ ਸਿੱਖ ਨੇ ਕਿਸੇ ਵੀ ਮੂਰਤੀ ਨੂੰ ਨਹੀਂ ਪੂਜਣਾ। 11ਵਾਂ। ਜੇ ਅਸ ਤੁਝ ਤਵ ਸ਼ਰਨੀ ਪਰੇ, ਤਿਨ ਕੇ ਦੁਸ਼ਟ ਦੁਖਿਤ ਹਵੈ ਮਰੇ, ਪੁਰਖ ਜਵਨ ਭਗ ਪਰੇ ਤਿਹਾਰੇ, ਤਿਨ ਕੇ ਤੁਮ ਸੰਕਟ ਸਭ ਟਾਰੇ। ਇਹਨਾਂ ਪੰਕਤੀਆਂ ਤੋਂ ਭਾਵ ਹੈ ਕਿ ਹੇ ਖੜਗਧਾਰੀ ਪ੍ਰਭੂ, ਜਿਹੜੇ ਜਿਹੜੇ ਜੀਵ ਤੁਹਾਡੀ ਸ਼ਰਨ ਵਿੱਚ ਆ ਪੈਂਦੇ ਹਨ, ਪ੍ਰਭੂ ਸ਼ਰਨ ਪੈਣ ਵਾਲਿਆਂ ਦੇ ਦੁਖੀ ਨਿਸ਼ਚਿਤ ਹੀ ਆਪਣੇ ਆਪ ਦੁਖੀ ਹੋ ਕੇ ਮਰ ਜਾਂਦੇ ਹਨ। ਹੇ ਪ੍ਰਭੂ, ਜਿਹੜੇ ਵਿਅਕਤੀ ਆਪ ਜੀ ਦੇ ਚਰਨੀ ਟਹਿ ਪਏ, ਆਪ ਜੀ ਨੇ ਉਹਨਾਂ ਦੇ ਸਾਰੇ ਕਸ਼ਟ ਨਿਵਾਰ ਦਿੱਤੇ। ਇਸ ਤੋਂ ਅਸੀਂ ਇਹ ਸਿੱਖਿਆ ਲੈਣੀ ਹੈ ਕਿ ਕਿਸੇ ਵੀ ਮੁਸੀਬਤ ਪੈਣ 'ਤੇ ਅਸੀਂ ਕੇਵਲ ਤੇ ਕੇਵਲ ਉਸ ਖੜਗਧਾਰੀ ਪ੍ਰਭੂ ਦਾ ਹੀ ਆਸਰਾ ਤੱਕਣਾ ਹੈ, ਕਿਉਂਕਿ ਉਸ ਦਾ ਆਸਰਾ ਇੰਨਾ ਵੱਡਾ ਆਸਰਾ ਹੈ ਕਿ ਜਿਹੜੇ ਉਸ ਦੀ ਸ਼ਰਨ ਵਿੱਚ ਆਉਂਦੇ ਹਨ, ਉਹ ਪਰਮਾਤਮਾ ਉਹਨਾਂ ਦੇ ਸਾਰੇ ਕਸ਼ਟਾਂ ਦਾ, ਡਰਾਂ ਦਾ ਖਾਤਮਾ ਕਰ ਦਿੰਦਾ ਹੈ। ਜਿਵੇਂ ਕਿ ਗੁਰਬਾਣੀ ਫਰਮਾਨ ਹੈ, ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁਖ ਬਿਨਸੇ ਸੁਖ ਪਾਇਆ। 12ਵਾਂ। ਜੋ ਕਲ ਕੋ ਇਕ ਬਾਰ ਧਿਆਏ ਹੈ, ਤਾਕੇ ਕਾ ਨਿਕਟ ਨਹਿ ਐ ਹੈ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਇਹਨਾਂ ਪੰਕਤੀਆਂ ਦਾ ਭਾਵ ਹੈ ਕਿ ਜਿਹੜੇ ਜੀਵ ਅਕਾਲ ਪੁਰਖ ਨੂੰ ਇੱਕ ਵਾਰ ਵੀ ਮਨ ਚਿੱਤ ਇਕਾਗਰ ਕਰਕੇ ਧਿਆਉਂਦੇ ਹਨ, ਉਹਨਾਂ ਦੇ ਨੇੜੇ ਜਮਦੂਤ ਫਟਕ ਨਹੀਂ ਸਕਦੇ। ਉਹਨਾਂ ਦੀ ਸਰਬ ਕਾਲ ਰੱਖਿਆ ਹੁੰਦੀ ਹੈ ਅਤੇ ਉਹਨਾਂ ਦੇ ਦੋਖੀ ਦੁਸ਼ਮਣ ਤੁਰੰਤ ਮਗਰੋਂ ਲੈ ਜਾਂਦੇ ਹਨ। ਇਸ ਤੋਂ ਅਸੀਂ ਇਹ ਸਿੱਖਿਆ ਲੈਣੀ ਹੈ ਕਿ ਇੱਕ ਮਨ ਇੱਕ ਚਿੱਤ ਇਕਾਗਰ ਹੋ ਕੇ ਪਰਮੇਸ਼ਰ ਨੂੰ ਸ਼ਬਦ ਸੁਰ ਦਾ ਮਿਲਾਪ ਕਰਕੇ ਧਿਆਉਣਾ ਹੈ, ਤਾਂ ਕਿ ਸਾਡੇ ਵੀ ਕੀਤੇ ਹੋਏ ਅਨੇਕਾਂ ਪਾਪ ਮਿਟ ਜਾਣ ਅਤੇ ਜਨਮ ਮਰਨ ਦਾ ਗੇੜ ਮੁੱਕ ਜਾਏ। ਇਹ ਉਹ ਅਵਸਥਾ ਹੈ ਜਿਸ ਵਿੱਚ ਨਾਮ ਜਪਣ ਵਾਲਾ ਅਤੇ ਨਾਮੀ ਅਰਥਾਤ ਪਰਮੇਸ਼ਰ ਇੱਕ ਛਿਨ ਭਰ ਵਾਸਤੇ ਜੁੜ ਜਾਂਦੇ ਹਨ। ਉਹ ਇੱਕ ਛਿਨ ਇੰਨੀ ਵੱਡੀ ਬਖਸ਼ਿਸ਼ ਹੈ ਕਿ ਜਿਸ ਦਾ ਸਦਕਾ ਅਨੇਕਾਂ ਪਾਪ ਕੱਟ ਜਾਂਦੇ ਹਨ। ਯਥਾ ਕੱਟੇ ਪਾਪ ਅਸੰਖ, ਨਾਵੇਂ ਇੱਕ ਕਣੀ। ਇਸ ਸੰਬੰਧ ਵਿੱਚ ਇੱਕ ਹੋਰ ਗੁਰਬਾਣੀ ਫਰਮਾਨ ਇਉਂ ਵੀ ਹੈ, ਘੋਰ ਦੁਖਯੰ ਅਨਿਕ ਹਤਯੰ, ਜਨਮ ਦਾਰਿਦ੍ਰੰ ਮਹਾ ਵਿਖਿਆਦੰ, ਮਿਟੰਤ ਸਗਲ ਸਿਮਰੰਤ ਹਰ ਨਾਮ, ਨਾਨਕ ਜੈਸੇ ਪਾਵਕ ਕਾਸ਼ਟ ਭਸਮ ਕਰੋਤ। ਭਾਵ ਭਿਆਨਕ ਦੁੱਖ ਕਲੇਸ਼ ਕੀਤੇ ਹੋਏ ਅਨੇਕਾਂ ਖੂਨ, ਜਨਮਾਂ ਜਨਮਾਂਤਰਾਂ ਦੀ ਗਰੀਬੀ, ਵੱਡੇ ਵੱਡੇ ਪੁਆੜੇ, ਇਹ ਸਾਰੇ ਹੀ ਹੇ ਨਾਨਕ ਇਕਾਗਰ ਹੋ ਕੇ ਇੱਕ ਵਾਰ ਪਰਮਾਤਮਾ ਦਾ ਨਾਮ ਸਿਮਰਦਿਆਂ ਹੀ ਮਿਟ ਜਾਂਦੇ ਹਨ। ਜਿਵੇਂ
ਅੱਗ ਦੀ ਇੱਕ ਚਿੰਗਾਰੀ ਲੱਖਾਂ ਮਣ ਬਾਲਣ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਵਿਚਾਰਾਂ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣਾ ਜੀ, ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਰਹਿਰਾਸ ਸਾਹਿਬ ਜੀ ਦੇ ਅਰਥ